ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਗੱਲ ਯੂਕਰੇਨ ਦੇ ਮਸਲੇ ਦੀ ਕਰਾਂਗੇ ਤੇ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਦੀ ਵਤਨ ਵਾਪਸੀ ਹੋ ਚੁੱਕੀ ਹੈ ਔਰ ਜੋ ਵਤਨ ਵਾਪਸੀ ਜਲਦੀ ਜਿਨ੍ਹਾਂ ਦੀ ਹੋ ਜਾਵੇਗੀ। ਪਰ ਉਹਨਾਂ ਦੇ ਲਈ ਇੱਕ ਵੱਡੀ ਚੁਣੌਤੀ ਹੈ ਕਿ ਉਹ ਤਾਂ ਡਿਗਰੀ ਕਰ ਰਹੇ ਸੀ, ਕੋਈ ਆਪਣੀ ਪੜ੍ਹਾਈ ਦੇ 5ਵੇਂ ਸਾਲ ਦੇ ਵਿੱਚ ਸੀ, ਕੋਈ ਚੌਥੇ 'ਚ, ਕੋਈ ਤੀਜੇ 'ਚ, ਕੋਈ ਫਾਈਨਲ ਈਅਰ 'ਚ। ਤਾਂ ਉਹਨਾਂ ਦਾ ਕੀ, ਉਹਨਾਂ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਹੈ। ਮੈਡੀਕਲ ਦੀ ਪੜ੍ਹਾਈ ਕਰ ਰਹੇ ਯੂਕਰੇਨ ਦੇ ਵਿੱਚ ਜੋ ਵਿਦਿਆਰਥੀ ਨੇ ਉਹਨਾਂ ਦੇ ਨਾਲ ਜੁੜੀ ਅਸੀਂ ਵੱਡੀ ਖਬਰ ਦੱਸ ਰਹੇ ਹਾਂ। ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਲਈ ਇਹ ਵੱਡੀ ਖਬਰ ਹੈ। ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਹੀਂ ਹੋਵੇਗੀ, ਇਹ ਦਾਅਵਾ ਕਰ ਰਹੇ ਨੇ ਕੇਂਦਰੀ ਮੰਤਰੀ ਵੀਕੇ ਸਿੰਘ, ਜੋ ਪਹੁੰਚੇ ਹੋਏ ਨੇ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਦੇ ਵਿੱਚ ਜੋ ਰਿਸੀਵ ਕਰਨ ਦੇ ਲਈ ਉੱਥੇ ਭਾਰਤੀ ਵਿਦਿਆਰਥੀਆਂ ਦੀ ਸਹੂਲਤ ਦੇ ਲਈ। ਕੇਂਦਰੀ ਮੰਤਰੀ ਵੀਕੇ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਦੇ ਵਿੱਚ ਹੀ ਜਿਹੜੀ ਸਟੱਡੀ ਹੈ ਉਹ ਕੰਪਲੀਟ ਕਰਵਾਈ ਜਾਵੇਗੀ, ਕਿਸੇ ਨੂੰ ਆਪਣੀ ਡਿਗਰੀ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਪੋਲੈਂਡ ਦੇ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ ਵੀਕੇ ਸਿੰਘ, ਕਿਉਂਕਿ ਜਿਹੜੇ ਉੱਥੇ ਵਿਦਿਆਰਥੀ ਨੇ ਉਹ ਸੁਰੱਖਿਅਤ ਵਾਪਸ ਆ ਰਹੇ ਨੇ। ਬਹੁਤ ਸਾਰੇ ਇਨਫੈਕਟ ਆ ਵੀ ਚੁੱਕੇ ਨੇ, ਉਹ ਤੁਹਾਨੂੰ ਸੁਣਾਵਾਂਗੇ। 3300 ਤੋਂ ਜ਼ਿਆਦਾ ਜਿਹੜੇ ਲੋਕ ਨੇ ਯੂਕਰੇਨ ਤੋਂ ਵਾਪਸ ਆਏ ਨੇ, ਭਾਰਤ ਪਹੁੰਚ ਚੁੱਕੇ ਨੇ। ਪਰ ਇਸ ਵਿਚਾਲੇ ਇੱਕ ਬਹੁਤ ਵੱਡੀ ਸਮੱਸਿਆ ਤਾਂ ਹੈ ਕਿ ਜਿਨ੍ਹਾਂ ਨੇ ਆਪਣੀ ਮਿਹਨਤ ਕੀਤੀ ਪਿਛਲੇ ਕੁਝ ਸਾਲਾਂ ਦੇ ਵਿੱਚ ਡਾਕਟਰ ਬਣਨ ਦੇ ਲਈ, ਯੂਕਰੇਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਡਾਕਟਰ ਬਣਨ ਦੇ ਲਈ ਵਿਦਿਆਰਥੀ ਭਾਰਤ ਤੋਂ ਜਾਂਦੇ ਨੇ, ਪੰਜਾਬ ਤੋਂ ਗਏ ਨੇ। ਤਾਂ ਉਹਨਾਂ ਦੀ ਹੁਣ ਸਟੱਡੀ ਦਾ ਕੀ ਹੋਏਗਾ, ਉਹਨਾਂ ਦੇ ਭਵਿੱਖ ਦਾ ਕੀ ਹੋਏਗਾ, ਇੱਕ ਬਹੁਤ ਵੱਡਾ ਸਵਾਲ ਹੈ। ਤਾਂ ਜਦੋਂ ਪੋਲੈਂਡ ਦੇ ਵਿੱਚ ਪਹੁੰਚੇ ਹੋਏ, ਬਿਲਕੁਲ ਬਾਰਡਰ ਦੇ ਉੱਤੇ ਜਿਹੜੇ ਵਿਦਿਆਰਥੀ ਪਹੁੰਚੇ ਨੇ, ਤਾਂ ਸਵਾਲ ਤਾਂ ਵੀਕੇ ਸਿੰਘ ਨੂੰ ਵੀ ਹੋਣਾ ਸੀ। ਤਾਂ ਉਹਨਾਂ ਨੇ, ਕੇਂਦਰੀ ਮੰਤਰੀ ਨੇ ਬਹੁਤ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਵਿਦਿਆਰਥੀਆਂ ਨੂੰ ਕਿ ਤੁਸੀਂ ਚਿੰਤਾ ਨਾ ਕਰੋ, ਜਿਹੜੀ ਮੈਡੀਕਲ ਪੜ੍ਹਾਈ ਹੈ ਤੁਹਾਡੀ ਜਾਂ ਜੋ ਵੀ ਤੁਸੀਂ ਸਟੱਡੀ ਕਰ ਰਹੇ ਸੀ, ਉਹ ਡਿਗਰੀ ਅਸੀਂ ਭਾਰਤ ਦੇ ਵਿੱਚ ਹੁਣ ਕੰਪਲੀਟ ਕਰਵਾਵਾਂਗੇ। ਯਾਨੀ ਜੋ ਡਾਕਟਰ ਬਣਨ ਦਾ ਸੁਪਨਾ ਲੈ ਕੇ ਯੂਕਰੇਨ ਗਏ ਸੀ, ਉੱਥੋਂ ਵਾਪਸ ਆ ਗਏ ਤੇ ਸੋਚ ਰਹੇ ਨੇ ਕਿ ਉਹਨਾਂ ਦੀ ਡਿਗਰੀ ਕੰਪਲੀਟ ਕਿਵੇਂ ਹੋਵੇਗੀ। ਤਾਂ ਭਾਰਤ ਸਰਕਾਰ ਦਾਅਵਾ ਕਰ ਰਹੀ ਹੈ ਕਿ ਕੋਈ ਨਾ ਕੋਈ ਅਸੀਂ ਹਿੱਲਾ ਕੱਢ ਰਹੇ ਹਾਂ ਤੇ ਤੁਹਾਡੀ ਡਿਗਰੀ ਅਸੀਂ ਹਿੰਦੁਸਤਾਨ ਦੇ ਵਿੱਚ ਹੀ ਪੂਰੀ ਕਰਵਾ ਦੇਵਾਂਗੇ। ਆਮ ਤੌਰ ਤੇ ਜੋ ਜਾਣਕਾਰੀ ਹੈ ਕਿ ਜਿਹੜੇ ਯੂਕਰੇਨ ਦੇ ਵਿੱਚ ਡਾਕਟਰ ਦੀ ਪੜ੍ਹਾਈ ਕਰਦੇ ਨੇ, MBBS ਕਰਕੇ ਵਾਪਸ ਆਉਂਦੇ ਨੇ ਹਿੰਦੁਸਤਾਨ, ਇੱਥੇ ਇੱਕ ਟੈਸਟ ਦੇਣਾ ਹੁੰਦਾ, ਉਸ ਤੋਂ ਬਾਅਦ ਉਹ ਆਪਣੀ ਪ੍ਰੈਕਟਿਸ ਸ਼ੁਰੂ ਕਰ ਸਕਦੇ ਨੇ, ਜੋ ਨਿਯਮ ਨੇ। ਤਾਂ ਹੁਣ ਉਹ ਟੈਸਟ ਤਾਂ ਹੋਏਗਾ ਹੀ, ਇਸ ਦੇ ਨਾਲ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੇ ਜਿਹੜੇ ਬਾਕੀ ਸਟੱਡੀ ਦੇ ਸਾਲ ਨੇ ਉਹ ਕਿਸ ਤਰੀਕੇ ਨਾਲ ਭਾਰਤ ਸਰਕਾਰ ਪੂਰੇ ਕਰਵਾਉਂਦੀ ਹੈ, ਕਿਹੜੇ ਕਾਲਜਸ ਦੇ ਵਿੱਚ ਪੂਰੇ ਕਰਵਾਉਂਦੀ ਹੈ, ਕਿ ਯੂਕਰੇਨ ਦੇ ਵਿੱਚ ਹਾਲਾਤ ਸੁਧਰਨ ਦੀ ਇੰਤਜ਼ਾਰ ਕੀਤਾ ਜਾਂਦਾ ਹੈ ਜਾਂ ਫਿਰ ਕੋਈ ਆਨਲਾਈਨ ਸਟੱਡੀ ਵਾਲਾ ਰੁਖ ਅਖਤਿਆਰ ਕੀਤਾ ਜਾਂਦਾ ਹੈ। ਤਾਂ ਬਹੁਤ ਸਾਰੀਆਂ ਇਸ ਸਮੇਂ ਕਿਆਸਰਾਈਆਂ ਨੇ, ਪਰ ਵੀਕੇ ਸਿੰਘ ਦਾ ਬਿਆਨ, ਕੇਂਦਰੀ ਮੰਤਰੀ ਦਾ ਬਿਆਨ, ਇਹ ਉਹਨਾਂ ਵਿਦਿਆਰਥੀਆਂ ਦੇ ਲਈ ਰਾਹਤ ਭਰੀ ਖਬਰ ਜ਼ਰੂਰ ਹੈ ਜੋ ਇਸ ਸਮੇਂ ਚਿੰਤਿਤ ਨੇ ਆਪਣੇ ਭਵਿੱਖ ਨੂੰ ਲੈ ਕੇ, ਯੂਕਰੇਨ ਦੇ ਵਿੱਚ ਜੋ ਡਿਗਰੀ ਵਿਚਾਲੇ ਛੱਡ ਕੇ ਹਿੰਦੁਸਤਾਨ ਪਰਤ ਆਏ ਨੇ। ਸੁਣਵਾਉਂਦੇ ਹਾਂ ਕੀ ਕੁਝ ਕਹਿ ਰਹੇ ਨੇ ਵੀਕੇ ਸਿੰਘ। ज्यादातर लोग तो यहाँ पर बैठे हैं जिनको अपना घर प्यारा है, वो जाने की तैयारी में है, क्योंकि आपके पेरेंट्स भी आपको बुला रहे हैं, वो ज्यादा वरिड है। कुछ लोग ऐसे हैं जिनको कोई लोग कुछ उल्टी सीख पढ़ा देते हैं, वो सोच रहे हैं कि हम किसी और देश में चले जाएंगे तो शायद वहां पर कोई नौकरी मिलेगी, कुछ नहीं मिलने वाला। ठीक। और एक चीज को याद रखिए कि अगर आपकी पढ़ाई पूरी नहीं हुई, पोलैंड के जितने भी लोगों से मैं मिला हूं वो कह रहे हैं कि हम जितने बच्चे यूक्रेन में थे उनकी पढ़ाई कराने का जिम्मा लेते हैं। ਤਾਂ ਇਹ ਵੱਡਾ ਬਿਆਨ ਲਾਜ਼ਮੀ ਤੌਰ ਤੇ ਕੇਂਦਰੀ ਮੰਤਰੀ ਦਾ ਵੀਕੇ ਸਿੰਘ ਦਾ, ਔਰ ਹੁਣ ਸਰਕਾਰ ਇਸ ਦੇ ਲਈ ਕੀ ਕੁਝ ਕਦਮ ਚੁੱਕਦੀ ਹੈ, ਕਦੋਂ ਚੁੱਕਦੀ ਹੈ, ਇਹ ਇੱਕ ਵੱਡਾ ਸਵਾਲ ਹੈ। ਕਈ ਤਾਂ ਅਜਿਹੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਸਾਡੀ 6 ਮਹੀਨੇ ਦੇ ਵਿੱਚ ਡਿਗਰੀ ਕੰਪਲੀਟ ਹੋ ਰਹੀ ਹੈ, ਉਸ ਤੋਂ ਬਾਅਦ ਅਸੀਂ ਭਾਰਤ ਜਾ ਕੇ ਆਪਣੀ ਡਾਕਟਰੀ ਦਾ ਪੇਸ਼ਾ ਪ੍ਰੈਕਟਿਸ ਕਰ ਸਕਾਂਗੇ। ਤਾਂ ਉਹਨਾਂ ਦੇ ਲਈ ਸਰਕਾਰ ਕਿੰਨੀ ਜਲਦੀ ਇਹ ਸਭ ਕੁਝ ਕਦਮ ਚੁੱਕਦੀ ਹੈ, ਉਸ ਦੇ ਉੱਤੇ ਸਭ ਦੀ ਨਜ਼ਰ ਰਹੇਗੀ। ਪਰ ਇਸ ਸਭ ਦੇ ਵਿਚਾਲੇ ਹੁਣ ਗੱਲ ਆਪਰੇਸ਼ਨ ਗੰਗਾ ਦੀ ਵੀ। ਮਿਸ਼ਨ ਰੈਸਕਿਊ ਜਾਰੀ ਹੈ ਤੇ ਇਸ ਵਿਚਾਲੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ 17,000 ਭਾਰਤੀ ਯੂਕਰੇਨ ਛੱਡ ਚੁੱਕੇ ਨੇ। ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਅੰਕੜੇ ਜਾਰੀ ਕੀਤੇ ਗਏ ਨੇ। ਦਾਅਵਾ ਕੀਤਾ ਜਾ ਰਿਹਾ ਕਿ ਕਰੀਬ ਜਿਹੜੇ 20,000 ਦੇ ਕਰੀਬ 18-20,000 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਯੂਕਰੇਨ ਦੇ ਵਿੱਚ ਸੀ ਤੇ ਇੰਡੀਅਨ ਐਮਬੈਸੀ ਦੇ ਵੱਲੋਂ ਜਿਹੜੇ ਐਡਵਾਈਜ਼ਰੀ ਜਾਰੀ ਹੋਈਆਂ ਨੇ ਤੇ ਹੁਣ ਵਿਦੇਸ਼ ਮੰਤਰਾਲਾ ਕਹਿ ਰਿਹਾ ਕਿ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਯੂਕਰੇਨ ਤੋਂ ਕਰੀਬ 17,000 ਭਾਰਤੀ ਬਾਹਰ ਆ ਚੁੱਕੇ ਨੇ, ਯਾਨੀ ਯੂਕਰੇਨ ਨੂੰ ਛੱਡ ਚੁੱਕੇ ਨੇ, ਯਾਨੀ ਕਿ ਜਿਹੜੇ ਗਵਾਂਢੀ ਮੁਲਕ ਨੇ ਉੱਥੇ ਪਹੁੰਚ ਚੁੱਕੇ ਨੇ। ਤੇ ਇਹਨਾਂ ਦੇ ਵਿੱਚ MBA ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਵੀ ਨੇ ਜਿਹੜੇ ਪਹਿਲਾਂ ਇੰਡੀਅਨ ਐਮਬੈਸੀ ਦੇ ਕੋਲ ਯੂਕਰੇਨ ਦੇ ਵਿੱਚ ਰਜਿਸਟਰਡ ਹੀ ਨਹੀਂ ਸੀ, ਉਹਨਾਂ ਨੇ ਵੀ ਉੱਥੋਂ ਛੱਡਿਆ ਦੇਸ਼ ਯੂਕਰੇਨ ਤੇ ਉਹ ਵੀ ਵਾਪਸ ਆਪਣੇ ਦੇਸ਼ ਆਉਣਾ ਚਾਹੁੰਦੇ ਨੇ। ਤੇ ਉਹ ਜਿਹੜੇ ਗਵਾਂਢੀ ਮੁਲਕ ਨੇ ਜਿੱਥੇ ਇਸ ਸਮੇਂ ਸੁਝਾਅ ਦਿੱਤਾ ਜਾ ਰਿਹਾ ਕਿ ਤੁਸੀਂ ਪੋਲੈਂਡ ਚਲੇ ਜਾਓ, ਹੰਗਰੀ ਚਲੇ ਜਾਓ, ਬਾਏ ਰੋਡ ਤੁਹਾਨੂੰ ਜਾਣਾ ਪੈ ਰਿਹਾ ਤਾਂ ਉੱਥੇ ਜਾਣ।
ਤੇ ਇਸ ਦੇ ਨਾਲ ਦਾਅਵਾ ਇਹ ਵੀ ਹੈ ਕਿ 3352 ਲੋਕ ਆਪਰੇਸ਼ਨ ਗੰਗਾ ਦੇ ਜ਼ਰੀਏ ਹੁਣ ਤੱਕ ਭਾਰਤ ਆਏ ਨੇ। 15 ਫਲਾਈਟਾਂ ਹੁਣ ਤੱਕ ਭਾਰਤ ਲੈਂਡ ਕਰ ਚੁੱਕੀਆਂ ਨੇ ਜੋ ਆਪਰੇਸ਼ਨ ਗੰਗਾ ਦੇ ਤਹਿਤ, ਔਰ 3352 ਭਾਰਤੀਆਂ ਦੀ ਵਤਨ ਵਾਪਸੀ ਹੁਣ ਤੱਕ ਸੁਰੱਖਿਅਤ ਤੌਰ ਦੇ ਉੱਤੇ ਹੋ ਚੁੱਕੀ ਹੈ। ਸੁਣਵਾਉਂਦੇ ਹਾਂ ਤੁਹਾਨੂੰ MEA ਦਾ ਬਿਆਨ। Estimate that nearly 17,000 Indian nationals have left Ukraine's borders since our advisories were issued. This, of course, includes some Indians who had not registered with the embassy earlier. So the 70,000 is a pretty high number. As you remember, Foreign Secretary mentioned a number of, I think, around 12,000 yesterday. Flights under Operation Ganga have also increased sharply. During the last 24 hours, 6 flights have landed in India, taking the total number of flights that have landed in India to 15, and the total number of Indians who have returned on these flights to 3,352. हमने एडवाइजरी, हमारी एम्बेसी ने एडवाइजरी जारी की है जिसमें हमारे नागरिक, हमारे छात्र जो खार्किव शहर में है, खार्किव की बात कर रहा हूं स्पेसिफिकली, खार्किव शहर में उनको कहा गया है कि आप निकल ले वहां से शाम के 6 बजे लोकल टाइम के पहले, और 3 जगह बताई गई है वहां पे चले जाएं। वो करीब 15 किलोमीटर रेलवे स्टेशन से दूर है। किसी भी तरह से वहां चले जाए हमारी आग्रह होगी ताकि वहां पे सेफ रहे। ये सेफ जोन्स हमें बताए गए हैं। हमें मालूम है कुछ दिक्कतें आ रही हैं जो स्टूडेंट्स हैं वहां पे निकलने में, ये स्वाभाविक है, और हम उनके कोऑर्डिनेशन कर रहे हैं स्टूडेंट कोऑर्डिनेटर से। ਤਾਂ ਲਗਾਤਾਰ ਵਾਪਸੀ ਹੋ ਰਹੀ ਹੈ ਤੇ ਇਸ ਵਿਚਾਲੇ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕਰ ਸਕਦੇ ਨੇ, ਔਰ ਅੱਜ ਗੱਲਬਾਤ ਹੋ ਸਕਦੀ ਹੈ ਦੋਵੇਂ ਆਗੂਆਂ ਦੇ ਵਿਚਾਲੇ। ਅੱਜ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਭਾਰਤੀ ਵਿਦਿਆਰਥੀਆਂ ਬਾਰੇ ਵੀ ਗੱਲ ਹੋਵੇਗੀ। ਸੋਰਸਿਸ ਜਾਣਕਾਰੀ ਦੇ ਰਹੇ ਨੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਤੇ ਅਮਨ ਸ਼ਾਂਤੀ ਉਸ ਪੂਰੇ ਖਿੱਤੇ ਦੇ ਵਿੱਚ ਬਹਾਲ ਹੋਵੇ, ਇਸ ਨੂੰ ਲੈ ਕੇ ਵੱਖ-ਵੱਖ ਪੱਧਰ ਦੇ ਉੱਤੇ ਕੋਸ਼ਿਸ਼ਾਂ ਜਾਰੀ ਨੇ, ਔਰ ਉਸੇ ਕੋਸ਼ਿਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਤਿਨ ਦੇ ਨਾਲ ਗੱਲਬਾਤ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਜੋ ਜਾਣਕਾਰੀ ਹੈ ਇਸ ਸਮੇਂ ਕਿ ਅੱਜ ਹੀ ਇਹ ਗੱਲਬਾਤ ਇੱਕ ਵਾਰ ਫਿਰ ਤੋਂ ਹੋ ਸਕਦੀ ਹੈ, ਤਾਂ ਫੋਨ ਦੀਆਂ ਘੰਟੀਆਂ ਖੜਕਣਗੀਆਂ ਇੱਕ ਵਾਰ ਫਿਰ ਤੋਂ, ਔਰ ਉਮੀਦ ਕਰਦੇ ਹਾਂ ਕਿ ਦੁਨੀਆ ਦਾ ਇਸ ਸਮੇਂ रूस के उत्ते ਵੱਖੋ ਵੱਖਰੇ तरीके नाल प्रैशर है। अमेरिका कह रहा है कि एयर स्पेस बंद। एयर स्पेस का मतलब की है कि ਜਿਹੜੇ रूस के हवाई जहाज ने वो अमेरिका के आसमान के विचों नहीं निकल सकणगे। हुण लैंड तो हो ही नहीं सकते, यानी कि जे किसी ने रूस तो अमेरिका जाना है तो फिर औखा है, किसी ना किसी होर कंट्री तो घूम के जाना पै सकता है। डायरैक्ट जिहड़ियां फ्लाइटां जे सी पहलां तो वो हुण नहीं होणगियां। एयर स्पेस का इस्तेमाल रूस के जहाज हुण नहीं कर सकणगे। एक ਜਿਹੜੀ ਬਾਕੀ ਦੇਸ਼ਾਂ ਦੇ ਵੱਲੋਂ ਕਿਤੇ ਨਾ ਕਿਤੇ ਮਦਦ ਕਰਕੇ ਯੂਕਰੇਨ ਦੀ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ, ਔਰ ਇੱਕ ਤਰੀਕਾ ਇਹ ਵੀ ਹੈ ਕਿ ਗੱਲਬਾਤ ਦੇ ਜ਼ਰੀਏ ਹੱਲ ਕੱਢਿਆ ਜਾਵੇ, ਔਰ ਭਾਰਤ ਸਰਕਾਰ ਲਗਾਤਾਰ ਇਹੀ ਜ਼ਿਕਰ ਕਰ ਰਹੀ ਹੈ ਔਰ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਗੱਲਬਾਤ ਕਰ ਰਹੇ ਨੇ ਦੋਵੇਂ ਦੇਸ਼ਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ, ਤੇ ਜੋ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਇਹ ਗੱਲਬਾਤ ਹੋਵੇਗੀ ਦੋਵੇਂ ਆਗੂਆਂ ਦੇ ਵਿਚਾਲੇ, ਔਰ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਵੀ ਗੱਲਬਾਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।